ਦੂਜੇ ਭਾਈ ਦੈਂਤ ਸੰਘਾਰੈ। ਆਪ ਹੀ ਦੈਂਤਾਂ ਨੂੰ ਮਾਰਿਆ ਤੇ ਮੋਹ ਵਿੱਚ ਫਸਾ ਕੇ ਮਾਰਦਾ ਹੈ ਜੀ। ਗੁਰਮੁਖ ਸਾਚ ਭਗਤ ਨਿਸਤਾਰੇ। ਆਪ ਹੀ ਗੁਰੂ ਜੀ ਦੀ ਸ਼ਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿੱਚ, ਆਪਣੀ ਭਗਤੀ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲਗਾਉਂਦਾ ਹੈ ਜੀ। ਬੂਢਾ ਦੁਰਜੋਧਨ ਪਤ ਖੋਈ। ਦੁਰਜੋਧਨ ਹੰਕਾਰ ਵਿੱਚ ਡੁੱਬਿਆ ਤੇ ਆਪਣੀ ਇੱਜ਼ਤ ਗਵਾ ਬੈਠਾ ਜੀ। ਰਾਮ ਨਾ ਜਾਣਿਆ ਕਰਤਾ ਸੋਈ। ਹੰਕਾਰ ਵਿੱਚ ਆ ਕੇ ਉਸਨੇ ਪਰਮਾਤਮਾ ਜੀ ਨੂੰ, ਕਰਤਾਰ ਨੂੰ ਚੇਤੇ ਨਾ ਰੱਖਿਆ। ਇੱਥੋਂ ਤੱਕ ਨਿਘਰਿਆ ਕਿ ਅਨਾਥ ਦ੍ਰੋਪਦੀ ਦੀ ਬੇਪਤੀ ਕਰਨ ਤੇ ਉਤਰ ਆਇਆ ਜੀ। ਜਨ ਕੋ ਦੁਖ ਪਚੈ ਦੁਖ ਹੋਈ। ਪਰ ਜਿਹੜਾ ਪ੍ਰਮਾਤਮਾ ਜੀ ਦੇ ਦਾਸ ਨੂੰ ਦੁੱਖ ਦਿੰਦਾ ਹੈ, ਉਹ ਉਸ ਦੁੱਖ ਦੇ ਕਾਰਨ ਆਪ ਹੀ ਖੁਆਰ ਹੁੰਦਾ ਹੈ। ਉਸ ਨੂੰ ਆਪ ਨੂੰ ਹੀ ਉਹ ਦੁੱਖ ਮਾਰੂ ਹੋ ਢੁੱਕਦਾ ਹੈ ਜੀ। ਜਨਮੇਜੈ ਗੁਰ ਸ਼ਬਦ ਨਾ ਜਾਣਿਆ। ਰਾਜਾ ਜਨਮੇਜੈ ਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ, ਆਪਣੇ ਧਨ ਤੇ ਅਕਲ ਦਾ ਮਾਣ ਕੀਤਾ ਜੀ। ਕਿਉਂ ਸੁਖ ਪਾਵੈ ਭਰਮ ਭੁਲਾਨਿਆ। ਹੰਕਾਰ ਦੇ ਕਾਰਨ ਭੁਲੇਖੇ ਵਿੱਚ ਪੈ ਕੇ ਕੁਰਾਹੇ ਪੈ ਗਿਆ, ਫਿਰ ਸੁੱਖ ਕਿੱਥੋਂ ਮਿਲੇ ਜੀ। ਇੱਕ ਤਿਲ ਭੂਲੇ ਬਹੁਰ ਪਛਤਾਨਿਆ। ਗੁਰੂ ਜੀ ਨੇ ਸਮਝਾ ਕੇ ਕੋੜ ਦੀ ਭਾਰੀ ਵਿਪਤਾ ਤੋਂ ਬਚਾਉਣ ਦਾ ਉਦਮ ਕੀਤਾ, ਪਰ ਫਿਰ ਵੀ ਥੋੜਾ ਜਿਤਨਾ ਖੁੰਝ ਗਿਆ ਤੇ ਮੁੜ ਪਛਤਾਇਆ। ਹੰਕਾਰ ਬੜੇ ਬੜੇ ਸਿਆਣਿਆਂ ਦੀ ਅਕਲ ਨੂੰ ਚੱਕਰ ਵਿੱਚ ਪਾ ਦਿੰਦਾ ਹੈ ਜੀ। ਕੰਸ ਕੇਸ ਚੰਡੂਰ ਨਾ ਕੋਈ। ਕੰਸ, ਕੇਸੀ ਤੇ ਚੰਡੂਰ ਬੜੇ ਬੜੇ ਸੂਰਮੇ ਸਨ। ਸੂਰਮਤਾ ਵਿੱਚ ਉਹਨਾਂ ਦੇ ਬਰਾਬਰ ਦਾ ਕੋਈ ਨਹੀਂ ਸੀ ਜੀ। ਰਾਮ ਨਾ ਚੀਨਿਆ ਆਪਣੀ ਪਤ ਖੋਈ। ਪਰ ਆਪਣੀ ਤਾਕਤ ਦੇ ਹੰਕਾਰ ਵਿੱਚ ਇਹਨਾਂ ਪ੍ਰਮਾਤਮਾ ਦੀ ਲੀਲਾ ਨੂੰ ਨਾ ਸਮਝਿਆ ਤੇ ਆਪਣੀ ਇੱਜ਼ਤ ਗਵਾ ਲਈ ਜੀ। ਬਿਨ ਜਗਦੀਸ਼ ਨਾ ਰਾਖੈ ਕੋਈ। ਆਪਣੀ ਤਾਕਤ ਦਾ ਮਾਣ ਕੂੜਾ ਹੈ। ਇਹ ਤਾਕਤ ਕੋਈ ਮਦਦ ਨਹੀਂ ਕਰਦੀ। ਕਰਤਾਰ ਤੋਂ ਬਿਨਾਂ ਹੋਰ ਕੋਈ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ ਜੀ। ਬਿਨ ਗੁਰ ਗਰਭ ਨਾ ਮੇਟਿਆ ਜਾਏ। ਹੰਕਾਰ ਬੜਾ ਬਲੀ ਹੈ। ਗੁਰੂ ਜੀ ਦੀ ਸ਼ਰਨ ਪੈਣ ਤੋਂ ਬਿਨਾਂ ਇਸ ਹੰਕਾਰ ਨੂੰ ਅੰਦਰੋਂ ਮਿਟਾਇਆ ਨਹੀਂ ਜਾ ਸਕਦਾ ਜੀ। ਗੁਰਮਤਿ ਧਰਮ ਧੀਰਜ ਹਰਿ ਨਾਏ। ਜਿਹੜਾ ਮਨੁੱਖ ਗੁਰੂ ਜੀ ਦੀ ਸਿੱਖਿਆ ਧਾਰਨ ਕਰਦਾ ਹੈ, ਉਹ ਹੰਕਾਰ ਮਿਟਾ ਕੇ ਧੀਰਜ ਧਾਰਦਾ ਹੈ। ਧੀਰਜ ਬੜਾ ਉੱਚਾ ਧਰਮ ਹੈ ਜੀ। ਨਾਨਕ ਨਾਮ ਮਿਲੈ ਗੁਣ ਗਾਏ। ਹੇ ਨਾਨਕ, ਗੁਰੂ ਜੀ ਦੀ ਸਿੱਖਿਆ ਤੇ ਤੁਰਿਆਂ ਹੀ ਪ੍ਰਮਾਤਮਾ ਜੀ ਦਾ ਨਾਮ ਪ੍ਰਾਪਤ ਹੁੰਦਾ ਹੈ ਤੇ ਜੀਵ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ ਜੀ। ਚੂਆ ਚੰਦਨ ਅੰਕ ਚੜਾਵੋ। ਜੇ ਮੈਂ ਅਤਰ ਅਤੇ ਚੰਦਨ ਆਪਣੇ ਸਰੀਰ ਉੱਤੇ ਲਾ ਲਵਾਂ ਜੀ। ਪਾਠ ਪਟੰਬਰ ਪਹਿਰ ਹਟਾਵੋ। ਜੇ ਮੈਂ ਰੇਸ਼ਮੀ ਕੱਪੜੇ ਪਹਿਨ ਕੇ ਹਟਾਵਾਂ ਜੀ। ਬਿਨ ਹਰ ਨਾਮ ਕਹਾਂ ਸੁਖ ਪਾਵੋ। ਫਿਰ ਵੀ ਜੇ ਮੈਂ ਪ੍ਰਮਾਤਮਾ ਜੀ ਦੇ ਨਾਮ ਤੋਂ ਸੁੰਝਾ ਹਾਂ ਤਾਂ ਕਿਤੇ ਵੀ ਮੈਨੂੰ ਸੁੱਖ ਨਹੀਂ ਮਿਲ ਸਕਦਾ ਜੀ। ਕਿਆ ਪਹਿਰੋਂ ਕਿਆ ਓਢ ਦਿਖਾਵੋਂ। ਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਦਿਖਾਲਣ ਦਾ ਕੀ ਲਾਭ ਹੈ ਜੀ। ਬਿਨ ਜਗਦੀਸ਼ ਕਹਾਂ ਸੁਖ ਪਾਵੋਂ। ਰਹਾਉ। ਪਰਮਾਤਮਾ ਜੀ ਦੇ ਚਰਨਾਂ ਵਿੱਚ ਜੁੜਨ ਤੋਂ ਬਿਨਾਂ ਸੁੱਖ ਹੋਰ ਕਿਤੇ ਵੀ ਨਹੀਂ ਮਿਲ ਸਕਦਾ ਜੀ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ। ਜੇ ਮੈਂ ਆਪਣੇ ਕੰਨਾਂ ਵਿੱਚ ਕੁੰਡਲ ਪਾ ਲਵਾਂ, ਗਲ ਵਿੱਚ ਮੋਤੀਆਂ ਦੀ ਮਾਲਾ ਪਾ ਲਵਾਂ ਜੀ। ਲਾਲ ਨਿਹਾਲੀ ਫੂਲ ਗੁਲਾਲਾ। ਮੇਰੀ ਲਾਲ ਰੰਗ ਦੀ ਤੁਲਾਈ ਉੱਤੇ ਗੁਲਾਲ ਫੁੱਲ ਖਿਲਰੇ ਹੋਏ ਹੋਣ ਜੀ। ਬਿਨ ਜਗਦੀਸ਼ ਕਹਾਂ ਸੁਖ ਭਾਲਾ। ਫਿਰ ਵੀ ਪਰਮਾਤਮਾ ਜੀ ਦੇ ਸਿਮਰਨ ਤੋਂ ਬਿਨਾਂ ਮੈਂ ਕਿਤੇ ਵੀ ਸੁੱਖ ਨਹੀਂ ਲੱਭ ਸਕਦਾ ਜੀ। ਨੈਣ ਸਲੋਨੀ ਸੁੰਦਰ ਨਾਰੀ। ਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤਰੀ ਹੋਵੇ ਜੀ। ਖੋੜ ਸ਼ਿੰਗਾਰ ਕਰੇ ਅਤ ਪਿਆਰੀ। ਉਹ 16 ਕਿਸਮਾਂ ਦੇ ਹਾਰ ਸ਼ਿੰਗਾਰ ਕਰਦੀ ਹੋਵੇ ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ ਜੀ। ਬਿਨ ਜਗਦੀਸ਼ ਭਜੇ ਨਿਤ ਖੁਆਰੀ। ਫਿਰ ਵੀ ਜਗਤ ਦੇ ਮਾਲਕ ਪ੍ਰਭੂ ਜੀ ਦਾ ਸਿਮਰਨ ਕਰਨ ਤੋਂ ਬਿਨਾਂ ਸਦਾ ਖੁਆਰੀ ਹੀ ਹੁੰਦੀ ਹੈ ਜੀ। ਦਰ ਕਰ ਮਹਿਲਾਂ ਸੇਜ ਸੁਖਾਲੀ। ਜੇ ਮੇਰੇ ਪਾਸ ਬਸਣ ਲਈ ਮਹਿਲ ਮਾੜੀਆਂ ਹੋਣ, ਸੁੱਖ ਦੇਣ ਵਾਲਾ ਮੇਰਾ ਪਲੰਘ ਹੋਵੇ ਜੀ। ਅਹਨਿਸ ਫੂਲ ਵਿਛਾਵੈ ਮਾਲੀ। ਉਸ ਉੱਤੇ ਮਾਲੀ ਦਿਨ ਰਾਤ ਫੁੱਲ ਵਿਛਾਉਂਦਾ ਰਹੇ ਜੀ।
ਬਿਨ ਹਰ ਨਾਮ ਸੋ ਦੇਹ ਦੁਖਾਲੀ। ਫਿਰ ਵੀ ਪ੍ਰਮਾਤਮਾ ਜੀ ਦਾ ਨਾਮ ਸਿਮਰਨ ਤੋਂ ਬਿਨਾਂ ਇਹ ਸਰੀਰ ਦੁੱਖਾਂ ਦਾ ਘਰ ਹੀ ਬਣਿਆ ਰਹਿੰਦਾ ਹੈ ਜੀ। ਹੈਵਰ ਗੈਵਰ ਨੇਜੇ ਬਾਜੇ। ਜੇ ਮੇਰੇ ਪਾਸ ਵਧੀਆ ਘੋੜੇ ਵਧੀਆ ਹਾਥੀ ਹੋਣ, ਨੇਜਾ ਬਰਦਾਰ ਫੌਜਾਂ ਹੋਣ, ਫੌਜੀ ਬਾਜੇ ਵੱਜਦੇ ਹੋਣ ਜੀ। ਲਸ਼ਕਰ ਨੇਵ ਖਵਾਸੀ ਪਾਜੇ। ਲਸ਼ਕਰ ਹੋਣ, ਨਾਇਬ ਹੋਣ, ਸ਼ਾਹੀ ਨੌਕਰ ਹੋਣ, ਇਹ ਸਾਰਾ ਦਿਖਾਵਾ ਹੋਵੇ ਜੀ। ਬਿਨ ਜਗਦੀਸ਼ ਝੂਠੇ ਦਿਵਾਜੇ। ਫਿਰ ਵੀ ਜਗਤ ਦੇ ਮਾਲਕ ਪ੍ਰਮਾਤਮਾ ਜੀ ਦਾ ਸਿਮਰਨ ਕਰਨ ਤੋਂ ਬਿਨਾਂ ਇਹ ਤਾਕਤ ਦੇ ਵਿਖਾਵੇ ਨਾਸਵੰਤ ਹੀ ਹਨ ਜੀ। ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ। ਜੇ ਮੈਂ ਆਪਣੇ ਆਪ ਨੂੰ ਕਰਾਮਾਤੀ ਸਾਧੂ ਅਖਵਾ ਲਵਾਂ, ਜਦੋਂ ਚਾਹਾਂ ਕਰਾਮਾਤੀ ਤਾਕਤਾਂ ਨੂੰ ਆਪਣੇ ਪਾਸ ਸੱਦ ਸਕਾਂ ਜੀ। ਤਾਜ ਕੁੱਲ੍ਹੇ ਸਿਰ ਛਤਰ ਬਣਾਵੋ। ਮੇਰੇ ਸਿਰ ਉੱਤੇ ਤਾਜ ਦੀ ਟੋਪੀ ਹੋਵੇ, ਮੈਂ ਆਪਣੇ ਸਿਰ ਉੱਤੇ ਸ਼ਾਹੀ ਛਤਰ ਝੁਲਾ ਸਕਾਂ ਜੀ। ਬਿਨ ਜਗਦੀਸ਼ ਕਹਾਂ ਸੱਚ ਪਾਵੋ। ਫਿਰ ਵੀ ਜਗਤ ਦੇ ਮਾਲਕ ਪ੍ਰਭੂ ਜੀ ਦੇ ਸਿਮਰਨ ਤੋਂ ਬਿਨਾਂ ਸਦਾ ਟਿਕੀ ਰਹਿਣ ਵਾਲੀ ਆਤਮਿਕ ਤਾਕਤ ਕਿਤੋਂ ਨਹੀਂ ਹਾਸਲ ਕਰ ਸਕਦਾ ਜੀ। ਖਾਨ ਮਲੂਕ ਕਹਾਵੋ ਰਾਜਾ। ਜੇ ਮੈਂ ਆਪਣੇ ਆਪ ਨੂੰ ਖਾਨ ਖਵਾ ਲਵਾਂ, ਬਾਦਸ਼ਾਹ ਕਹਾ ਲਵਾਂ, ਰਾਜਾ ਸਦਵਾ ਲਵਾਂ ਜੀ। ਅੱਬੇ ਤੱਬੇ ਕੂੜੇ ਹੈ ਪਾਜਾ। ਨੌਕਰਾਂ ਚਾਕਰਾਂ ਨੂੰ ਝਿੜਕਾਂ ਵੀ ਦੇ ਸਕਾਂ, ਤਾਕਤ ਦਾ ਇਹ ਸਾਰਾ ਦਿਖਾਵਾ ਨਾਸ ਹੋ ਜਾਣ ਵਾਲਾ ਹੈ ਜੀ। ਬਿਨ ਗੁਰ ਸ਼ਬਦ ਨਾ ਸਬਰਸ ਕਾਜਾ। ਗੁਰੂ ਜੀ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾਂ ਮਨੁੱਖਾਂ ਜੀਵਨ ਦਾ ਮਨੋਰਥ ਸਿਰੇ ਨਹੀਂ ਚੜ੍ਹਦਾ ਜੀ। ਹੋ ਮੈਂ ਮਮਤਾ ਗੁਰ ਸ਼ਬਦ ਵਿਸਾਰੀ। ਮੈਂ ਵੱਡਾ ਬਣ ਜਾਵਾਂ ਤੇ ਮੇਰੀਆਂ ਬਹੁਤ ਮਲਕੀਅਤਾਂ ਹੋਣ, ਇਹ ਤਾਂ ਗੁਰੂ ਜੀ ਦੇ ਸ਼ਬਦ ਵਿੱਚ ਜੁੜਨ ਨਾਲ ਹੀ ਮਨ ਵਿੱਚੋਂ ਭੁੱਲਦੀ ਹੈ ਜੀ। ਗੁਰਮਤਿ ਜਾਣਿਆ ਹਿਰਦੈ ਮੁਰਾਰੀ। ਗੁਰੂ ਜੀ ਦੀ ਮੱਤ ਉੱਤੇ ਤੁਰਿਆਂ ਹੀ ਪ੍ਰਮਾਤਮਾ ਜੀ ਹਿਰਦੇ ਵਿੱਚ ਟਿਕਿਆ ਪਛਾਣਿਆ ਜਾ ਸਕਦਾ ਹੈ ਜੀ। ਪ੍ਰਣਵਤ ਨਾਨਕ ਸ਼ਰਨ ਤੁਮਹਾਰੀ। ਪਰ ਇਹ ਸਭ ਕੁਝ ਤਦੋਂ ਹੀ ਹੋ ਸਕਦਾ ਹੈ ਜੇ ਪ੍ਰਮਾਤਮਾ ਜੀ ਦੀ ਆਪਣੀ ਮਿਹਰ ਹੋਵੇ। ਇਸ ਵਾਸਤੇ ਨਾਨਕ ਪ੍ਰਭੂ ਜੀ ਦੇ ਦਰ ਤੇ ਬੇਨਤੀ ਕਰਦਾ ਹੈ, ਹੇ ਪ੍ਰਭੂ ਜੀ ਮੈਂ ਤੇਰੀ ਸ਼ਰਨ ਆਇਆ ਹਾਂ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਸੇਵਾ ਏਕ ਨਾ ਜਾਣਸ ਅਵਰੇ। ਪਰਮਾਤਮਾ ਜੀ ਦਾ ਭਗਤ ਇੱਕ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ, ਕਿਸੇ ਹੋਰ ਨੂੰ ਪਰਮਾਤਮਾ ਦੇ ਬਰਾਬਰ ਦਾ ਨਹੀਂ ਸਮਝਦਾ ਜੀ। ਪ੍ਰਪੰਚ ਵਿਆਦ ਤਿਆਗੇ ਕਬਰੇ। ਸੰਸਾਰ ਦੇ ਰੋਗ ਪੈਦਾ ਕਰਨ ਵਾਲੇ ਭੋਗਾਂ ਨੂੰ ਉਹ ਕੌੜੇ ਜਾਣ ਕੇ ਤਿਆਗ ਦਿੰਦਾ ਹੈ ਜੀ। ਭਾਏ ਮਿਲੈ ਸੱਚ ਸਾਚੈ ਸੱਚੁਰੈ। ਪਰਮਾਤਮਾ ਜੀ ਦੇ ਪ੍ਰੇਮ ਵਿੱਚ ਜੁੜ ਕੇ ਉਹ ਸਦਾ ਥਿਰ ਪਰਮਾਤਮਾ ਜੀ ਦੇ ਚਰਨਾਂ ਵਿੱਚ ਮਿਲ ਜਾਂਦਾ ਹੈ। ਉਹ ਸਦਾ ਥਿਰ ਪ੍ਰਭੂ ਜੀ ਦਾ ਰੂਪ ਹੋ ਜਾਂਦਾ ਹੈ ਜੀ। ਐਸਾ ਰਾਮ ਭਗਤ ਜਨ ਹੋਈ। ਪਰਮਾਤਮਾ ਜੀ ਦਾ ਭਗਤ, ਪਰਮਾਤਮਾ ਜੀ ਦਾ ਸੇਵਕ ਇਸ ਤਰ੍ਹਾਂ ਦਾ ਹੁੰਦਾ ਹੈ ਜੀ। ਹਰ ਗੁਣ ਗਾਏ ਮਿਲੈ ਮਲ ਧੋਈ। ਰਹਾਉ। ਉਹ ਪਰਮਾਤਮਾ ਜੀ ਦੇ ਗੁਣ ਗਾ ਕੇ ਉਸਦੇ ਚਰਨਾਂ ਵਿੱਚ ਮਿਲਦਾ ਹੈ ਤੇ ਆਪਣੇ ਮਨ ਦੀ ਵਿਕਾਰਾਂ ਦੀ ਮੈਲ ਧੋ ਲੈਂਦਾ ਹੈ ਜੀ। ਉਨ ਦੋ ਕਮਲ ਸਗਲ ਸੰਸਾਰੇ। ਸਾਰੇ ਜਗਤ ਦੇ ਜੀਵਾਂ ਦਾ ਹਿਰਦਾ ਕਮਲ ਪਰਮਾਤਮਾ ਜੀ ਦੇ ਸਿਮਰਨ ਵੱਲੋਂ ਉਲਟਿਆ ਹੋਇਆ ਹੈ ਜੀ। ਦੁਰਮਤ ਅਗਨ ਜਗਤ ਪਰ ਜਾਰੈ। ਇਸ ਭੈੜੀ ਕੋਝੀ ਮਤ ਦੀ ਅੱਗ ਸੰਸਾਰ ਦੇ ਜੀਵਾਂ ਦੇ ਆਤਮਿਕ ਜੀਵਨ ਨੂੰ ਚੰਗੀ ਤਰ੍ਹਾਂ ਸਾੜ ਰਹੀ ਹੈ ਜੀ। ਸੋ ਉਬਰੈ ਗੁਰ ਸ਼ਬਦ ਵਿਚਾਰੈ। ਇਸ ਅੱਗ ਵਿੱਚੋਂ ਉਹੀ ਮਨੁੱਖ ਬਚਦਾ ਹੈ ਜਿਹੜਾ ਗੁਰੂ ਜੀ ਦੇ ਸ਼ਬਦ ਨੂੰ ਵਿਚਾਰਦਾ ਹੈ ਜੀ। ਭਰਿੰਗ ਪਤੰਗ ਕੁੰਚਰ ਅਰ ਮੀਨਾ। ਭੌਰਾ ਪਤੰਗ ਹਾਥੀ ਅਤੇ ਮੱਛੀ ਜੀ। ਮਿਰਗ ਮਰੈ ਸਹਿ ਆਪਣਾ ਕੀਨਾ। ਹਰਨ ਹਰੇਕ ਆਪੋ ਆਪਣਾ ਕੀਤਾ ਪਾ ਕੇ ਮਰ ਜਾਂਦਾ ਹੈ ਜੀ। ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ। ਇਸੇ ਤਰ੍ਹਾਂ ਦੁਰਮਤ ਦਾ ਮਾਰਿਆ ਮਨੁੱਖ ਤ੍ਰਿਸ਼ਨਾ ਵਿੱਚ ਫਸ ਕੇ ਆਪਣੇ ਅਸਲੇ ਪ੍ਰਮਾਤਮਾ ਜੀ ਨੂੰ ਨਹੀਂ ਦੇਖਦਾ ਤੇ ਆਤਮਿਕ ਮੌਤੇ ਮਰਦਾ ਹੈ ਜੀ। ਕਾਮ ਚਿਤੈ ਕਾਮਣ ਹਿਤਕਾਰੀ। ਦੁਰਮਤ ਦੇ ਅਧੀਨ ਹੋ ਕੇ ਇਸਤਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ ਵਾਸਨਾ ਹੀ ਚਿਤਵਦਾ ਹੈ ਜੀ। ਕ੍ਰੋਧ ਵਿਨਾਸ਼ੈ ਸਗਲ ਵਿਕਾਰੀ। ਫਿਰ ਕ੍ਰੋਧ ਸਾਰੇ ਵਿਕਾਰੀਆਂ ਦੇ ਆਤਮਿਕ ਜੀਵਨ ਨੂੰ ਤਬਾਹ ਕਰਦਾ ਹੈ ਜੀ। ਪਤ ਮਤ ਖੋਵੈ ਨਾਮ ਵਿਸਾਰੀ। ਅਜਿਹੇ ਮਨੁੱਖ ਪ੍ਰਭੂ ਜੀ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਤੇ ਅਕਲ ਗਵਾ ਲੈਂਦੇ ਹਨ ਜੀ। ਪਰ ਘਰ ਚੀਤ ਮਨ ਮੁਖ ਡੋਲਾਏ।
ਆਪਣੇ ਮਨ ਦਾ ਮੁਰੀਦ ਮਨੁੱਖ ਪਰਾਏ ਘਰ ਵਿੱਚ ਆਪਣੇ ਚਿੱਤ ਨੂੰ ਡੁਲਾਉਂਦਾ ਹੈ ਜੀ। ਗਲ ਜੇਵਰੀ ਧੰਦੇ ਲਪਟਾਏ। ਨਤੀਜਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ ਜੰਜਾਲ ਵਿੱਚ ਉਹ ਫਸਦਾ ਹੈ ਤੇ ਉਸਦੇ ਗਲ ਵਿੱਚ ਵਿਕਾਰਾਂ ਦੀ ਫਾਹੀ ਪੱਕੀ ਹੁੰਦੀ ਜਾਂਦੀ ਹੈ ਜੀ। ਗੁਰਮੁਖ ਛੂਟਸ ਹਰ ਗੁਣ ਗਾਏ। ਜਿਹੜਾ ਮਨੁੱਖ ਗੁਰੂ ਜੀ ਦੇ ਦੱਸੇ ਰਸਤੇ ਉੱਤੇ ਤੁਰਦਾ ਹੈ ਉਹ ਪਰਮਾਤਮਾ ਜੀ ਦੀ ਸਿਫਤ ਸਲਾਹ ਕਰਕੇ ਇਸ ਜੰਜਾਲ ਵਿੱਚੋਂ ਬਚ ਨਿਕਲਦਾ ਹੈ ਜੀ। ਜਿਉਂ ਤਨ ਵਿਧਵਾ ਪਰ ਕਉ ਦੇਈ। ਜਿਵੇਂ ਵਿਧਵਾ ਆਪਣਾ ਸਰੀਰ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ ਜੀ। ਕਾਮ ਦਾਮ ਚਿੱਤ ਪਰ ਬਸ ਸੇਈ। ਕਾਮ ਬਾਸ਼ਨਾ ਵਿੱਚ ਫਸ ਕੇ, ਪੈਸੇ ਦੇ ਲਾਲਚ ਵਿੱਚ ਫਸ ਕੇ ਉਹ ਆਪਣਾ ਮਨ ਵੀ ਪਰਾਏ ਮਨੁੱਖ ਦੇ ਬਸ ਵਿੱਚ ਕਰਦੀ ਹੈ ਜੀ। ਬਿਨ ਪਿਰ ਤ੍ਰਿਪਤ ਨਾ ਕਬਹੂ ਹੋਈ। ਪਰ ਪਤੀ ਤੋਂ ਬਿਨਾਂ ਉਸ ਨੂੰ ਕਦੇ ਵੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ। ਤਿਵੇਂ ਖਸਮ ਪ੍ਰਭੂ ਨੂੰ ਭੁਲਾਉਣ ਵਾਲੀ ਜੀਵ ਇਸਤਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ ਪ੍ਰਭੂ ਤੋਂ ਬਿਨਾਂ ਆਤਮਿਕ ਸੁੱਖ ਕਦੇ ਨਹੀਂ ਮਿਲ ਸਕਦਾ ਜੀ। ਪੜ ਪੜ ਪੋਥੀ ਸਿਮਰਤ ਪਾਠਾ। ਵੇਦ ਪੁਰਾਣ ਪੜ੍ਹੇ ਸੁਣ ਠਾਠਾ। ਵਿਦਵਾਨ ਪੰਡਿਤ ਧਰਮ ਪੁਸਤਕਾਂ ਦੇ ਪਾਠ, ਵੇਦ ਪੁਰਾਣ, ਸਿਮਰਤੀਆਂ ਆਦਿਕ ਮੁੜ ਮੁੜ ਪੜ੍ਹਦਾ ਹੈ। ਉਹਨਾਂ ਦੀ ਕਾਵਿ ਰਚਨਾ ਮੁੜ ਮੁੜ ਸੁਣਦਾ ਹੈ ਜੀ। ਬਿਨ ਰਸ ਰਾਤੇ ਮਨ ਬਹੁ ਨਾਟਾ। ਪਰ ਜਿਤਨਾ ਚਿਰ ਉਸਦਾ ਮਨ ਪਰਮਾਤਮਾ ਜੀ ਦੇ ਨਾਮ ਰਸ ਦਾ ਰਸੀਆ ਨਹੀਂ ਬਣਦਾ, ਉਤਨਾ ਚਿਰ ਮਾਇਆ ਦੇ ਹੱਥਾਂ ਤੇ ਹੀ ਨਾਚ ਕਰਦਾ ਹੈ ਜੀ। ਜਿਉਂ ਚਾਤਰਿਕ ਜਲ ਪ੍ਰੇਮ ਪਿਆਸਾ। ਜਿਵੇਂ ਪਪੀਹੇ ਦਾ ਵਰਖਾ ਜਲ ਨਾਲ ਪ੍ਰੇਮ ਹੈ, ਵਰਖਾ ਜਲ ਦੀ ਉਸ ਨੂੰ ਪਿਆਸ ਹੈ ਜੀ। ਜਿਉਂ ਮੀਨਾ ਜਲ ਮਾਹੇ ਉਲਾਸਾ। ਜਿਵੇਂ ਮੱਛੀ ਪਾਣੀ ਵਿੱਚ ਬੜੀ ਪ੍ਰਸੰਨ ਰਹਿੰਦੀ ਹੈ ਜੀ। ਨਾਨਕ ਹਰ ਰਸ ਪੀ ਤ੍ਰਿਪਤਾਸਾ। ਤਿਵੇਂ ਹੇ ਨਾਨਕ ਪਰਮਾਤਮਾ ਜੀ ਦਾ ਭਗਤ ਪਰਮਾਤਮਾ ਜੀ ਦਾ ਨਾਮ ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਹੱਠ ਕਰ ਮਰੈ ਨਾ ਲੇਖੈ ਪਾਵੈ। ਜੇ ਕੋਈ ਮਨੁੱਖ ਮਨ ਦਾ ਹੱਠ ਕਰਕੇ ਧੂਣੀਆਂ ਆਦਿਕ ਤਪਾ ਕੇ ਸਰੀਰਕ ਔਖ ਸਹਾਰਦਾ ਹੈ ਤਾਂ ਉਸ ਦਾ ਇਹ ਕਸ਼ਟ ਸਹਾਰਨਾ ਕਿਸੇ ਗਿਣਤੀ ਵਿੱਚ ਨਹੀਂ ਗਿਣਿਆ ਜਾਂਦਾ ਜੀ। ਵੇਸ ਕਰੇ ਬਹੁ ਭਸਮ ਲਗਾਵੈ। ਜੇ ਕੋਈ ਮਨੁੱਖ ਪਿੰਡੇ ਉੱਤੇ ਸੁਆਹ ਮਲਦਾ ਹੈ ਤੇ ਜੋਗ ਆਦਿਕ ਦੇ ਕਈ ਭੇਖ ਕਰਦਾ ਹੈ, ਇਹ ਵੀ ਵਿਅਰਥ ਜਾਂਦੇ ਹਨ ਜੀ। ਨਾਮ ਵਿਸਾਰ ਬਹੁਰ ਪਛਤਾਵੈ। ਪਰਮਾਤਮਾ ਜੀ ਦਾ ਨਾਮ ਭੁਲਾ ਕੇ ਉਹ ਅੰਤ ਨੂੰ ਪਛਤਾਉਂਦਾ ਹੈ ਕਿ ਉਹਨਾਂ ਉਦਮਾਂ ਵਿੱਚ ਵਿਅਰਥ ਜੀਵਨ ਗਵਾਇਆ ਹੈ ਜੀ। ਤੂੰ ਮਨ ਹਰਿ ਜਿਉ ਤੂੰ ਮਨ ਸੂਖ। ਤੂੰ ਆਪਣੇ ਮਨ ਵਿੱਚ ਪ੍ਰਭੂ ਜੀ ਨੂੰ ਵਸਾ ਲੈ ਤੇ ਇਸ ਤਰ੍ਹਾਂ ਤੂੰ ਆਪਣੇ ਮਨ ਵਿੱਚ ਆਤਮਿਕ ਆਨੰਦ ਮਾਣ ਲੈ ਜੀ। ਨਾਮ ਵਿਸਾਰ ਸਹੇ ਜਮ ਦੁਖ ਰਹਾਉ। ਚੇਤੇ ਰੱਖ ਪਰਮਾਤਮਾ ਜੀ ਦੇ ਨਾਮ ਨੂੰ ਭੁਲਾ ਕੇ ਤੂੰ ਜਮਾਂ ਦੇ ਦੁੱਖ ਸਹਾਰੇਂਗਾ ਜੀ। ਚੋਆ ਚੰਦਨ ਅਗਰ ਕਪੂਰ। ਦੂਜੇ ਪਾਸੇ ਜੇ ਕੋਈ ਮਨੁੱਖ ਅਤਰ, ਚੰਦਨ, ਅਗਰ, ਕਪੂਰ ਆਦਿਕ ਸੁਗੰਧੀਆਂ ਦੇ ਵਰਤਣ ਵਿੱਚ ਮਸਤ ਹੈ ਜੀ। ਮਾਇਆ ਮਗਨ ਪਰਮ ਪਦ ਦੂਰ। ਮਾਇਆ ਦੇ ਮੋਹ ਵਿੱਚ ਮਸਤ ਹੈ ਤਾਂ ਉੱਚੀ ਆਤਮਿਕ ਅਵਸਥਾ ਉਸ ਤੋਂ ਵੀ ਦੂਰ ਹੈ ਜੀ। ਨਾਮ ਵਿਸਾਰਿਆ ਸਭ ਕੂੜੋ ਕੂਰ। ਜੇ ਪ੍ਰਭੂ ਜੀ ਦਾ ਨਾਮ ਭੁਲਾ ਦਿੱਤਾ ਜਾਏ ਤਾਂ ਇਹ ਸਾਰਾ ਦੁਨੀਆ ਵਾਲਾ ਐਸ਼ ਵੀ ਵਿਅਰਥ ਹੈ। ਸੁੱਖ ਨਹੀਂ ਮਿਲਦਾ। ਮਨੁੱਖ ਸੁੱਖ ਦੇ ਵਿਅਰਥ ਯਤਨਾਂ ਵਿੱਚ ਹੀ ਰਹਿੰਦਾ ਹੈ ਜੀ। ਨਿਜੇ ਬਾਜੇ ਤਖਤ ਸਲਾਮ। ਜੇ ਕੋਈ ਮਨੁੱਖ ਰਾਜਾ ਵੀ ਬਣ ਜਾਏ, ਤਖਤ ਉੱਤੇ ਬੈਠੇ ਹੋਏ ਨੂੰ ਨੇਜਾ ਬਰਦਾਰ ਤੇ ਫੌਜੀ ਬਾਜੇ ਵਾਲੇ ਸਲਾਮ ਕਰਨ ਜੀ। ਅਤ ਕੀ ਤ੍ਰਿਸ਼ਨਾ ਵਿਆਪੈ ਕਾਮ। ਤਾਂ ਵੀ ਮਾਇਆ ਦੀ ਤ੍ਰਿਸ਼ਨਾ ਹੀ ਵੱਧਦੀ ਹੈ, ਕਾਮ ਬਾਸ਼ਨਾ ਜ਼ੋਰ ਪਾਉਂਦੀ ਹੈ। ਇਹਨਾਂ ਵਿੱਚ ਆਤਮਿਕ ਸੁੱਖ ਨਹੀਂ ਹੈ। ਸੁੱਖ ਹੈ ਕੇਵਲ ਪ੍ਰਭੂ ਜੀ ਦੇ ਨਾਮ ਵਿੱਚ, ਭਗਤੀ ਵਿੱਚ ਜੀ। ਬਿਨ ਹਰ ਜਾਚੇ ਭਗਤ ਨਾ ਨਾਮ। ਪਰ ਪ੍ਰਭੂ ਜੀ ਦੇ ਦਰ ਤੋਂ ਮੰਗਣ ਤੋਂ ਬਿਨਾਂ ਨਾ ਭਗਤੀ ਮਿਲਦੀ ਹੈ, ਨਾ ਨਾਮ ਮਿਲਦਾ ਹੈ ਜੀ। ਬਾਦ ਅਹੰਕਾਰ ਨਾਹੀ ਪ੍ਰਭ ਮੇਲਾ। ਵਿਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ ਝਗੜੇ ਵਿੱਚ ਪਿਆ ਤੇ ਵਿਦਿਆ ਦੇ ਹੰਕਾਰ ਵਿੱਚ ਵੀ ਪ੍ਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਜੀ। ਮਨ ਦੇ ਪਾਵੈ ਨਾਮ ਸੁਹੇਲਾ। ਆਪਣਾ ਮਨ ਦੇ ਕੇ ਹੀ, ਹੰਕਾਰ ਗਵਾ ਕੇ ਹੀ ਸੁੱਖਾਂ ਦਾ ਸੋਮਾ ਪ੍ਰਭੂ ਜੀ ਦਾ ਨਾਮ ਪ੍ਰਾਪਤ ਕਰੇਗਾ ਜੀ। ਦੂਜੇ ਭਾਏ ਅਗਿਆਨ ਦੁਹੇਲਾ।
ਪ੍ਰਭੂ ਜੀ ਨੂੰ ਵਿਸਾਰ ਕੇ ਹੋਰ ਪਿਆਰ ਵਿੱਚ ਰਿਹਾ ਤਾਂ ਦੁਖਦਾਈ ਅਗਿਆਨ ਹੀ ਵਧੇਗਾ ਜੀ। ਬਿਨ ਦਮ ਕੇ ਸੌਦਾ ਨਹੀਂ ਹਾਟ, ਜਿਵੇਂ ਰਾਜ ਪੂੰਜੀ ਤੋਂ ਬਿਨਾਂ ਹੱਟੀ ਦਾ ਸੌਦਾ ਸੂਤ ਨਹੀਂ ਆ ਸਕਦਾ ਜੀ। ਬਿਨ ਬੋਹਿਥ ਸਾਗਰ ਨਹੀਂ ਬਾਟ, ਜਿਵੇਂ ਜਹਾਜ਼ ਤੋਂ ਬਿਨਾਂ ਸਮੁੰਦਰ ਦਾ ਸਫ਼ਰ ਨਹੀਂ ਹੋ ਸਕਦਾ ਜੀ। ਬਿਨ ਗੁਰ ਸੇਵੈ ਘਾਟੇ ਘਾਟ, ਤਿਵੇਂ ਗੁਰੂ ਜੀ ਦੀ ਸ਼ਰਨ ਪੈਣ ਤੋਂ ਬਿਨਾਂ ਜੀਵਨ ਸਫ਼ਰ ਵਿੱਚ ਆਤਮਕ ਰਾਸ ਪੂੰਜੀ ਵੱਲੋਂ ਘਾਟੇ ਹੀ ਘਾਟੇ ਵਿੱਚ ਰਹਿੰਦਾ ਹੈ ਜੀ। ਤਿਸ ਕੋ ਬਾਹੋ ਬਾਹੋ ਜੇ ਬਾਟ ਦਿਖਾਵੈ, ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ ਜਿਹੜਾ ਸਹੀ ਜੀਵਨ ਰਸਤਾ ਦਿਖਾਉਂਦਾ ਹੈ ਜੀ। ਤਿਸ ਕੋ ਬਾਹੋ ਬਾਹੋ ਜੇ ਸ਼ਬਦ ਸੁਣਾਵੈ, ਉਸ ਪੂਰੇ ਗੁਰੂ ਜੀ ਨੂੰ ਧੰਨ ਧੰਨ ਆਖ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਸੁਣਾਉਂਦਾ ਹੈ ਜੀ। ਤਿਸ ਕੋ ਬਾਹ ਬਾਹੋ ਜੇ ਮੇਲ ਮਿਲਾਵੈ, ਤੇ ਇਸੇ ਤਰ੍ਹਾਂ ਉਸ ਪੂਰੇ ਗੁਰੂ ਜੀ ਨੂੰ ਧੰਨ ਧੰਨ ਆਖ ਜਿਹੜਾ ਪਰਮਾਤਮਾ ਦੀ ਮਿਲਾਪ ਵਿੱਚ ਮਿਲਾ ਦਿੰਦਾ ਹੈ ਜੀ। ਬਾਹੋ ਬਾਹੋ ਤਿਸ ਕੋ ਜਿਸ ਕਾ ਇਹੋ ਜੀਓ, ਉਸ ਪਰਮਾਤਮਾ ਜੀ ਦੀ ਸਿਫਤ ਸਲਾਹ ਕਰ ਜਿਸ ਦੀ ਦਿੱਤੀ ਹੋਈ ਇਹ ਜਿੰਦ ਹੈ ਜੀ। ਗੁਰ ਸ਼ਬਦੀ ਮਤ ਅੰਮ੍ਰਿਤ ਪੀਓ, ਗੁਰੂ ਜੀ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਜੀ ਦੇ ਗੁਣਾਂ ਨੂੰ ਮੁੜ ਮੁੜ ਵਿਚਾਰ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀ ਜੀ। ਨਾਮ ਵਡਾਈ ਤੁਧ ਭਾਣੇ ਦਿਓ, ਉਹ ਪ੍ਰਭੂ ਜੀ ਤੈਨੂੰ ਆਪਣੀ ਰਜ਼ਾ ਵਿੱਚ ਨਾਮ ਜਪਣ ਦੀ ਵਡਿਆਈ ਦੇਵੇਗਾ ਜੀ। ਨਾਮ ਬਿਨਾ ਕਿਉਂ ਜੀਵਾਂ ਮਾਏ, ਹੇ ਮੇਰੀ ਮਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਆਤਮਿਕ ਜੀਵਨ ਜੀਉ ਨਹੀਂ ਸਕਦਾ ਜੀ। ਅੰਦਨ ਜਪਤ ਰਹੋ ਤੇਰੀ ਸ਼ਰਨ ਆਏ, ਹੇ ਪ੍ਰਭੂ ਜੀ ਮੈਂ ਤੇਰੀ ਸ਼ਰਨ ਆਇਆ ਹਾਂ, ਮਿਹਰ ਕਰ ਮੈਂ ਦਿਨ ਰਾਤ ਤੇਰਾ ਹੀ ਨਾਮ ਜਪਦਾ ਰਹਾਂ ਜੀ। ਨਾਨਕ ਨਾਮ ਰਤੇ ਪਤ ਪਾਏ, ਹੇ ਨਾਨਕ ਜੇ ਪ੍ਰਭੂ ਜੀ ਦੇ ਨਾਮ ਰੰਗ ਵਿੱਚ ਰੰਗੇ ਰਹੀਏ ਤਾਂ ਹੀ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਜੀ। ਗੌੜੀ ਮਹੱਲਾ ਪਹਿਲਾ। ਇਹ ਬਾਣੀ ਗੌੜੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਜੀ। ਹਉ ਮੈਂ ਕਰਤ ਭੇਖੀ ਨਹੀਂ ਜਾਣਿਆ, ਮੈਂ ਧਰਮੀ ਹਾਂ ਮੈਂ ਧਰਮੀ ਹਾਂ, ਇਹ ਮੈਂ ਕਰਦਿਆਂ ਨਿਰੇ ਧਾਰਮਿਕ ਭੇਖਾਂ ਦੀ ਰਾਹੀਂ ਕਦੇ ਕਿਸੇ ਨੇ ਪਰਮਾਤਮਾ ਜੀ ਨਾਲ ਡੂੰਘੀ ਸਾਂਝ ਨਹੀਂ ਪਾਈ ਜੀ। ਗੁਰਮੁਖ ਭਗਤ ਬਿਰਲੇ ਮਨ ਮਾਨਿਆ, ਗੁਰੂ ਜੀ ਦੀ ਸ਼ਰਨ ਪੈ ਕੇ ਹੀ ਭਾਵ ਗੁਰੂ ਅੱਗੇ ਆਪਾ ਭਾਵ ਤਿਆਗਿਆ ਹੀ ਪਰਮਾਤਮਾ ਦੀ ਭਗਤੀ ਵਿੱਚ ਮਨ ਗਿੱਝਦਾ ਹੈ, ਪਰ ਅਜਿਹਾ ਆਪਾ ਭਾਵ ਤਿਆਗਣ ਵਾਲਾ ਕੋਈ ਬਿਰਲਾ ਹੀ ਹੁੰਦਾ ਹੈ ਜੀ। ਹਉ ਹਉ ਕਰਤ ਨਹੀਂ ਸੱਚ ਪਾਈਐ, ਮੈਂ ਵੱਡਾ ਧਰਮੀ ਹਾਂ ਮੈਂ ਵੱਡਾ ਰਾਜਾ ਹਾਂ, ਇਹੋ ਜਿਹੀ ਮੈਂ ਕਰਦਿਆਂ ਕਦੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੀ ਮਿਲ ਨਹੀਂ ਸਕਦਾ ਜੀ। ਹਉ ਮੈਂ ਜਾਏ ਪਰਮ ਪਦ ਪਾਈਐ ਰਹਾਓ, ਜਦੋਂ ਇਹ ਹਉ ਮੈਂ ਦੂਰ ਹੋਵੇ ਤਦੋਂ ਹੀ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਸਕੀਦਾ ਹੈ ਜੀ। ਹਉ ਮੈਂ ਕਰ ਰਾਜੇ ਬਹੁ ਧਾਵੈ ਹੈ, ਅਸੀਂ ਵੱਡੇ ਰਾਜੇ ਹਾਂ, ਇਸ ਹਉਮੈ ਦੇ ਕਾਰਨ ਹੀ ਰਾਜੇ ਇੱਕ ਦੂਜੇ ਦੇਸ਼ ਤੇ ਕਈ ਵਾਰੀ ਹਮਲੇ ਕਰਦੇ ਹਨ ਜੀ। ਹਉਮੈ ਖਪੈ ਜਨਮ ਮਰ ਆਵੈ, ਆਪਣੇ ਬੜੱਪਣ ਦੇ ਮਾਣ ਵਿੱਚ ਦੁਖੀ ਹੁੰਦੇ ਹਨ। ਸਿੱਟਾ ਇਹ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭੁਲਾ ਕੇ ਜਨਮ ਮਰਨ ਦੇ ਗੇੜ ਵਿੱਚ ਪੈ ਰਹਿੰਦੇ ਹਨ ਜੀ। ਹਉਮੈ ਨਿਵਰੇ ਗੁਰ ਸ਼ਬਦ ਵਿਚਾਰੈ, ਜਿਹੜਾ ਬੜਭਾਗੀ ਮਨੁੱਖ ਗੁਰੂ ਜੀ ਦਾ ਸ਼ਬਦ ਵਿਚਾਰਦਾ ਹੈ, ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ਜੀ। ਚੰਚਲ ਮਤ ਤਿਆਗੈ ਪੰਚ ਸੰਘਾਰੈ, ਉਹ ਭਟਕਣਾ ਵਿੱਚ ਪਾਉਣ ਵਾਲੀ ਆਪਣੀ ਹੋਛੀ ਮਤ ਤਿਆਗਦਾ ਹੈ ਤੇ ਕਾਮਾਦਾਇਕ ਪੰਜਾਂ ਬੈਰੀਆਂ ਦਾ ਨਾਸ ਕਰਦਾ ਹੈ ਜੀ। ਅੰਤਰ ਸਾਚ ਸਹਿਜ ਘਰ ਆਵੈ, ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੀ ਵਸਦਾ ਹੈ, ਉਹ ਡੋਲ ਆਤਮਿਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਜੀ। ਰਾਜਨ ਜਾਣ ਪਰਮਗਤ ਪਾਵੈ, ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਜੀ ਨਾਲ ਡੂੰਘੀ ਸਾਂਝ ਪਾ ਕੇ ਉਹ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰਦੇ ਹਨ ਜੀ। ਸੱਚ ਕਰਨੀ ਗੁਰ ਭਰਮ ਚੁਕਾਵੈ, ਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਸਦਾ ਥਿਰ ਪ੍ਰਭੂ ਜੀ ਦਾ ਸਿਮਰਨ ਉਸ ਦਾ ਨਿਤ ਕਰਮ ਬਣ ਜਾਂਦਾ ਹੈ ਜੀ। ਨਿਰਭਉ ਕੈ ਘਰ ਤਾੜੀ ਲਾਵੈ, ਉਹ ਨਿਰਭਉ ਪ੍ਰਭੂ ਜੀ ਦੇ ਚਰਨਾਂ ਵਿੱਚ ਸਦਾ ਆਪਣੀ ਸੁਰਤ ਜੋੜੀ ਰੱਖਦਾ ਹੈ ਜੀ। ਹਉ ਹਉ ਕਰ ਮਰਨਾ ਕਿਆ ਪਾਵੈ, ਹਉ ਹਉ ਮੈਂ ਦੇ ਕਾਰਨ ਆਤਮਿਕ ਮੌਤ ਹੀ ਸਹੇੜੀ ਦੀ ਹੈ,
ਇਸ ਤੋਂ ਛੁੱਟ ਹੋਰ ਕੋਈ ਆਤਮਿਕ ਗੁਣ ਨਹੀਂ ਲੱਭਦਾ ਜੀ। ਪੂਰਾ ਗੁਰ ਭੇਟੇ ਸੋ ਝਗਰ ਚੁਕਾਵੈ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਉਮੈ ਦੇ ਇਸ ਟੰਟੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ ਜੀ। ਜੇਤੀ ਹੈ ਤੇਤੀ ਕਿਉ ਨਾਹੀਂ। ਹਉਮੈ ਦੇ ਆਸਰੇ ਜਿਤਨੀ ਵੀ ਦੌੜ ਭੱਜ ਹੈ, ਇਹ ਸਾਰੀ ਦੌੜ ਭੱਜ ਕੋਈ ਆਤਮਿਕ ਲਾਭ ਨਹੀਂ ਪਹੁੰਚਾਉਂਦੀ ਜੀ। ਗੁਰਮੁਖ ਗਿਆਨ ਭੇਟ ਗੁਣ ਗਾਹੀ। ਗੁਰੂ ਜੀ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਜੀ ਤੋਂ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਜੀ ਦੇ ਗੁਣ ਗਾਉਂਦੇ ਹਨ ਜੀ।